ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਦੇ ਉੱਤੇ। ਸਭ ਤੋਂ ਪਹਿਲਾਂ ਗੱਲ ਕੋਰੋਨਾ ਵਾਇਰਸ ਦੀ ਤੀਜੀ ਵੇਵ ਨੂੰ ਲੈ ਕੇ, ਜਿਸ ਦੀ ਚਰਚਾ ਹੋ ਰਹੀ ਹੈ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ, ਅਦਾਲਤਾਂ ਵਿੱਚ ਵੀ ਚਰਚਾ ਹੈ। ਸਰਕਾਰਾਂ ਨੂੰ ਜਵਾਬਦੇਹ ਕੀਤਾ ਜਾ ਰਿਹਾ। ਇਸ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਇਸ ਦੇ ਨਾਲ ਹੋਰ ਖਬਰਾਂ ਵੀ ਹੋਣਗੀਆਂ ਪੰਜਾਬ ਦੀ ਸਿਆਸਤ ਨੂੰ ਲੈ ਕੇ, ਜਾਂ ਫਿਰ ਕਿਸਾਨਾਂ ਦੇ ਵਿੱਚ ਜਾਂ ਵਪਾਰੀਆਂ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ, ਉਸ ਉੱਤੇ ਗੱਲਬਾਤ ਕਰਾਂਗੇ। ਪਰਮਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਲੋਕਰਾਣ ਚੈਨਲ ਪੰਜਾਬੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਧੰਨਵਾਦ ਸੁਖਵਿੰਦਰ ਜੀ। ਸਤਿ ਸ਼੍ਰੀ ਅਕਾਲ। ਪਰਮਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਕੋਰੋਨਾ ਵਾਇਰਸ ਦੀ ਹੁਣ ਕਹਿੰਦੇ ਤੀਜੀ ਵੇਵ ਆਉਣ ਵਾਲੀ ਹੈ? ਇਹਦੇ ਵਿਚਾਲੇ ਸੁਪਰੀਮ ਕੋਰਟ ਦੀਆਂ ਤਲਖ ਟਿੱਪਣੀਆਂ, ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਦੇ ਹੱਥੋਂ ਬਾਹਰ ਸਾਰਾ ਕੁਝ ਨਜ਼ਰ ਆ ਰਿਹਾ। ਬਿਲਕੁਲ ਸੁਖਵਿੰਦਰ ਜੀ, ਜਿਵੇਂ ਹੁਣ ਕੇਂਦਰ ਸਰਕਾਰ ਦਾ ਨਵਾਂ ਤੁਸੀਂ ਦੇਖ ਹੀ ਰਹੇ ਹੋ ਕਿ ਬਿਆਨ ਆ ਰਿਹਾ, ਲਗਾਤਾਰ ਇਹ ਗੱਲ ਕਰਦੇ ਆ ਕਿ ਤੀਜੀ ਲਹਿਰ ਜਿਹੜੀ ਹੈਗੀ ਹੈ ਦੀ ਕਰੋਨਾ ਦੀ, ਉਹ ਜਲਦ ਸ਼ੁਰੂ ਹੋਣ ਜਾ ਰਹੀ ਹੈ। ਪਰ ਉਹਦੇ ਬਾਰੇ ਹਲੇ ਟਾਈਮ ਨਹੀਂ ਕਹਿੰਦੇ ਦੱਸ ਪਾ ਰਹੇ ਵੀ ਅਸੀਂ ਆਪਾਂ ਕਿੱਦਾਂ, ਕਦੋਂ ਆਉਣੀ ਹੈ, ਕਿੱਦਾਂ ਦਾ ਮਾਹੌਲ ਹੋਣਾ, ਜਾਂ ਕਿੱਦਾਂ ਦੀ ਉਹ ਲਹਿਰ ਹੋਣੀ ਹੈ। ਤਾਂ ਇਹਦੇ ਵਿੱਚ ਆਪਾਂ ਜੇ ਸਰਕਾਰ ਦੀ ਗੱਲ ਕਰੀਏ, ਸਰਕਾਰ ਦਾ ਬਿਆਨ ਜੇ ਧਿਆਨ ਨਾਲ ਪੜ੍ਹੀਏ ਤਾਂ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਤਿਆਰ ਰਹੋ। ਹੁਣ ਤਿਆਰ ਕਿਹਨੂੰ ਕਿਹਨੂੰ ਕਿਹਾ ਜਾ ਰਿਹਾ? ਲੋਕਾਂ ਨੂੰ ਕਿਹਾ ਜਾ ਰਿਹਾ ਤਿਆਰ ਰਹੋ। ਸੁਪਰੀਮ ਕੋਰਟ ਉਹ ਝਾੜਾ ਪਾ ਰਹੀ ਹੈ, ਹਾਈ ਕੋਰਟ ਉਹ ਝਾੜਾ ਪਾ ਰਹੀ ਹੈ, ਹਸਪਤਾਲਾਂ ਦੇ ਵਿੱਚ ਬੁਰਾ ਹਾਲ ਹੈ, ਲੋਕ ਤਰਾਹ ਤਰਾਹ ਕਰ ਰਹੇ ਨੇ। ਈਵਨ ਕਿ ਐਂ ਦੇਖੋ ਵੀ ਤੁਸੀਂ, ਲਾਸ਼ਾਂ ਉਡੀਕ ਰਹੇ ਨੇ ਲੋਕ ਲਾਈਨਾਂ ਦੇ ਵਿੱਚ ਲੱਗ ਕੇ। ਹੋਰ ਕਿਹੜੀ ਕਿੱਦਾਂ ਦਾ ਇੰਤਜ਼ਾਮ ਹੋਣਾ ਚਾਹੀਦਾ? 1 ਸਾਲ ਬੀਤ ਗਿਆ ਸੀ, ਪਹਿਲੀ ਲਹਿਰ ਆਈ ਆ, ਦੂਜੀ ਲਹਿਰ ਆ ਗਈ, ਹੁਣ ਤੀਜੀ ਲਈ ਫੇਰ ਲੋਕਾਂ ਨੂੰ ਕਿਹਾ ਜਾ ਰਿਹਾ ਤਿਆਰ ਰਹੋ। ਤੇ ਲੋਕ ਹੁਣ ਮਰਨ ਲਈ ਤਾਂ ਤਿਆਰ ਬੈਠੇ ਹੀ ਨੇ। ਇਹ ਤੋਂ ਵੱਧ ਹੋਰ ਕੀ ਤਿਆਰੀ ਕਰਨ ਉਹ ਵਿਚਾਰੇ? ਸੁਪਰੀਮ ਕੋਰਟ ਬਕਾਇਦਾ ਤੌਰ ਤੇ ਕਹਿ ਰਿਹਾ, ਕਹਿੰਦੇ ਉਹਨਾਂ ਨੇ ਪੁੱਛਿਆ ਸੁਪਰੀਮ ਕੋਰਟ ਨੇ ਵੀ ਕਿ ਅਸੀਂ ਹਾਈ ਕੋਰਟ ਦੇ ਮਾਮਲੇ 'ਚ ਦਖਲ ਅੰਦਾਜ਼ੀ ਨਹੀਂ ਕਰ ਰਹੇ, ਪਰ ਜਿਹੜੀ ਜਿੱਦਾਂ ਉਲੰਘਣਾ ਕਹਿ ਰਹੇ, ਆਪਾਂ ਕਹਿ ਲਓ ਕਿ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੀ ਗੱਲ ਕਰਦੇ ਆ, ਤਾਂ ਉਹਦੀ ਅਪੀਲ ਥੋੜੀ ਜਿਹੀ ਉਹਨਾਂ ਨੇ ਐਂ ਕਹਿ ਲਓ ਕਿ ਉਹਨੂੰ ਨਰਮਾਈ ਨਾਲ ਦੇਖਿਆ ਤੇ ਰੱਦ ਕੀਤੀ ਆ ਵੀ ਕੋਈ ਗੱਲ ਨਹੀਂ। ਜੋ ਹਾਲਾਤ ਨੇ ਉਹਨਾਂ ਦੇ ਮੱਦੇ ਨਜ਼ਰ ਸਰਕਾਰਾਂ ਨੂੰ ਵੀ ਥੋੜੀ ਜਿਹੀ ਰਾਹਤ ਮਿਲੀ ਹੈ ਇਸ ਗੱਲ ਨਾਲ। ਪਰ ਉਹ ਕਹਿੰਦੇ ਵੀ ਕਿ ਅਸੀਂ ਹਾਈ ਕੋਰਟ ਨੂੰ ਰੋਕ ਨਹੀਂ ਸਕਦੇ ਇਹਨਾਂ ਮਾਮਲਿਆਂ ਦੇ ਉੱਤੇ ਨਜ਼ਰਸਾਨੀ ਕਰਨ ਦੇ ਲਈ। ਤੇ ਉਹਨੇ ਪੁੱਛਿਆ ਕੇਂਦਰ ਨੂੰ ਕਿ ਕੇਂਦਰ ਇਸ ਗੱਲ ਦਾ ਜਵਾਬ ਦੇਵੇ ਕਿ 700 ਮੀਟ੍ਰਿਕ ਟਨ ਦਿੱਲੀ ਦੇ ਵਿੱਚ ਚਾਹੀਦੀ ਸੀਗੀ ਆਕਸੀਜਨ, ਤੇ ਕਿਉਂ ਨਹੀਂ ਪੂਰੀ ਕਰ ਸਕੇ 3 ਤਰੀਕ ਤੱਕ। ਅੱਜ ਵੀਰਵਾਰ ਹੈ, ਅੱਜ ਤੱਕ ਉਹਨਾਂ ਨੇ ਜਵਾਬ ਦੇਣਾ। ਹੋਰ ਉਹਨਾਂ ਦਾ ਜਿਹੜਾ ਸੋਲਿਸਿਟਰ ਜਨਰਲ ਹੈਗਾ, ਉਹਦਾ ਜਵਾਬ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਉਹ ਜਵਾਬ ਦਿੰਦਾ ਹੈ, ਕਹਿੰਦਾ ਹਾਈ ਕੋਰਟ ਦੇ ਬੰਬੇ ਦੇ ਵਿੱਚ ਕਹਿੰਦਾ 275 ਮੀਟ੍ਰਿਕ ਟਨ ਨਾਲ ਸਾਰਿਆ ਜਾ ਰਿਹਾ ਹੈ। ਤੇ ਸੁਪਰੀਮ ਕੋਰਟ ਉਲਟਾ ਉਹਨੂੰ ਪੁੱਛਦੇ ਹੈ ਕਿ ਜੇ ਉਹ ਸਾਰ ਰਹੇ ਨੇ 275 ਮੀਟ੍ਰਿਕ ਟਨ ਨਾਲ, ਤਾਂ ਉਹਨਾਂ ਦੇ ਪ੍ਰਬੰਧ ਦੀ ਗੱਲ ਕਰਦੇ ਹੋ ਤੁਸੀਂ? ਉਹਨਾਂ ਦਾ ਪ੍ਰਬੰਧ ਅੱਛਾ ਹੋਊਗਾ, ਉਹਨਾਂ ਕੋਲ ਹੋਰ ਸਾਧਨ ਹੋਣਗੇ, ਜਾਂ ਉਹ ਹੋਰ ਪੈਦਾ ਕਰਦੇ ਹੋਣਗੇ। ਤੇ ਤੁਸੀਂ ਦੱਸੋ ਵੀ ਤੁਸੀਂ ਕੀ ਕਰ ਰਹੇ? ਤੁਸੀਂ ਕਹਿੰਦੇ 275 ਟਨ ਨਾਲ, ਮੀਟ੍ਰਿਕ ਟਨ ਨਾਲ ਹੀ ਸਾਰਿਆ ਜਾਵੇ ਦਿੱਲੀ ਨੂੰ ਵੀ। ਤੇ ਦਿੱਲੀ ਨੂੰ ਜੇ ਲੋੜ ਹੈ, ਵਾਰ-ਵਾਰ ਮੰਗ ਰਹੇ ਆ, ਤਾਂ ਤੁਸੀਂ ਪੂਰੀ ਕਿਉਂ ਨਹੀਂ ਕਰ ਰਹੇ? ਹਾਲਾਤ ਇੱਥੋਂ ਤੱਕ, ਸੁਖਵਿੰਦਰ ਜੀ 1 ਮਿੰਟ ਸਿਰਫ ਲਊਂਗਾ ਇਸ ਮਾਮਲੇ ਤੇ ਬੋਲਣ ਲਈ, ਕਿਉਂਕਿ ਜੋ ਕੋਵਿਡ ਨੇ ਹੁਣ ਸ਼ੀਸ਼ਾ ਦਿਖਾਇਆ ਹੈ ਨਾ, ਸਾਰੇ ਡਾਕਟਰਸ ਨੂੰ ਗਾਲਾਂ ਕੱਢਦੇ ਆ, ਸਾਰੇ ਡਾਕਟਰ ਨੂੰ, ਨਰਸਾਂ ਨੂੰ, ਹੋਰ ਪੈਰਾਮੈਡੀਕਲ ਸਟਾਫ ਹੈ ਜਿਹੜਾ, ਉਹਨਾਂ ਨੂੰ ਗਾਲਾਂ ਤਾਂ ਕੱਢਦੇ ਆ ਸਰਕਾਰੀ ਤੌਰ ਤੇ। ਪਰ ਜੇ ਕਰੋਨਾ ਦੇ ਬੇਸ ਤੇ ਦੇਖਿਆ ਜਾਵੇ, ਆਪਾਂ ਵੀ ਸਾਰੇ ਪਹਿਲਾਂ ਆਪਾਂ ਗੱਲ ਕਰਦੇ ਜਦੋਂ ਆਮ ਬਿਮਾਰੀ ਲੈ ਕੇ ਹਸਪਤਾਲਾਂ ਜਾਂਦਾ ਸਰਕਾਰੀ, ਤਾਂ ਉੱਥੇ ਬਿਹੇਵੀਅਰ ਉਹਨਾਂ ਦਾ ਚੰਗਾ ਨਹੀਂ ਹੁੰਦਾ, ਪਤਾ ਹੀ ਹੈ। ਪਰ ਜਿਹੜੀ ਆਹ ਸਥਿਤੀ ਹੈ, ਕਰੋਨਾ ਦੀ ਸਥਿਤੀ ਹੈ ਜਿਹੜੀ, ਜਿਹਦੇ ਵਿੱਚੋਂ ਸਾਰੇ ਗੁਜ਼ਰ ਰਹੇ ਨੇ, ਕੀ ਡਾਕਟਰ, ਕੀ ਉਹਨਾਂ ਦਾ ਸਟਾਫ, ਕੀ ਲੋਕ, ਕੀ ਹੋਰ ਆਮ ਜਨਤਾ ਜਿੱਦਾਂ ਦੀ ਵੀ ਹੈ, ਉਹ ਸਾਰਿਆਂ ਨੂੰ ਜੇ ਦੇਖਿਆ ਜਾਵੇ ਤਾਂ ਅੱਜ ਡਾਕਟਰ ਮਸੀਹਾ ਰੱਬ ਬਣ ਕੇ ਨਿੱਤਰੇ ਵੀ ਹੈਗੇ ਆ। ਦੋਨੋਂ ਪਾਸੇ ਨੇ, ਦੋ ਪਾਸੇ ਨੇ ਇਸ ਪੇਸ਼ੇ ਦੇ ਵੀ। ਇੱਕ ਪਾਸਾ ਉਹ ਵੀ ਹੈ ਜਿਹੜੇ ਠੱਗ ਰਹੇ ਨੇ, ਇੱਕ ਪਾਸਾ ਉਹ ਵੀ ਹੈ ਜਿਹੜੇ ਲੁੱਟਣ ਨੂੰ ਬੈਠੇ ਨੇ। ਜਿਹੜਾ ਸੀਟੀ ਸਕੈਨ ਵਾਲੇ ਨੇ, ਜਿਹਨੇ 5 ਕਰੋੜ ਰੁਪਇਆ ਲਾਇਆ ਹੈ ਆਪਣਾ ਸੈਂਟਰ ਚਲਾਉਣ ਵਾਸਤੇ, ਉਹ ਕਦੋਂ ਚਾਹੁੰਦਾ ਕਿ ਕਰੋਨਾ ਦੇ ਵੱਧ ਤੋਂ ਵੱਧ ਮਰੀਜ਼ ਨਾ ਆਉਣ? ਉਹ ਤਾਂ ਕਹੇਗਾ ਹਰ ਰੋਜ਼ ਮੇਰੇ ਬੂਹੇ ਅੱਗੇ ਲਾਈਨਾਂ ਲੱਗੀਆਂ ਰਹਿਣ, ਮੈਂ ਸੀਟੀ ਸਕੈਨ ਕਰਦਾ ਰਹਾਂ। ਤੇ ਜੇ ਇੱਕ ਪਾਸੇ ਉਹ ਡਾਕਟਰ ਨੇ ਸਰਕਾਰੀ ਜਿਹੜੇ ਡੈਡੀਕੇਟਡ ਹੋ ਕੇ, ਆਪਣਾ ਜਿਹੜੇ ਸੱਚੀ ਮੁੱਚੀ ਅੱਜ ਭਗਵਾਨ ਬਣ ਕੇ, ਪ੍ਰਮਾਤਮਾ ਬਣ ਕੇ, ਰੱਬ ਦਾ ਰੂਪ ਹੋ ਕੇ ਹਸਪਤਾਲਾਂ ਦੇ ਵਿੱਚ ਸੇਵਾ ਕਰ ਰਹੇ ਨੇ, 18-18 19-19 ਘੰਟੇ ਜਿਹੜੇ ਬੈਠੇ ਨੇ, ਜਿਹੜੇ ਪਸੀਨੇ ਨਾਲ ਗੜੁੱਚ ਹੋ ਜਾਂਦੇ ਨੇ, ਉਹ ਪੀਪੀ ਕਿੱਟ ਤਾਰਦੇ ਹੀ ਨਹੀਂ ਹੈਗੇ। ਠੀਕ ਹੈ, ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਮੈਂ ਤਾਂ ਸੁਣਨ ਚ ਆਇਆ ਕਿ 2-3 ਜਿਹੜੀਆਂ ਸਟਾਫ ਨਰਸ ਸੀਗੀਆਂ, ਉਹਨਾਂ ਦੇ ਅਬੋਰਸ਼ਨ ਤੱਕ ਹੋ ਗਏ, ਵਰਕਲੋਡ ਇੰਨਾ ਜ਼ਿਆਦਾ।
ਹਾਲਾਤ ਇਹ ਬਣੇ ਹੋਏ ਆ ਸੁਖਵਿੰਦਰ ਜੀ। ਉਹ ਇਕੁਇਪਮੈਂਟ ਪੂਰਾ ਨਹੀਂ ਹੈਗਾ, ਪੈਰਾਮੈਡੀਕਲ ਸਟਾਫ ਜਾਂ ਡਾਕਟਰ ਜਿਹੜੇ ਉਹ ਪੂਰੇ ਨਹੀਂ ਹੈਗੇ, ਤੇ ਸਰਕਾਰਾਂ ਆਉਂਦੀਆਂ ਨੇ, ਆ ਕੇ ਚਲੀਆਂ ਜਾਂਦੀਆਂ ਨੇ, ਆਪਣੇ ਘਰ ਭਰ ਕੇ ਚਲੀ ਜਾਂਦੀਆਂ ਨੇ, ਕਰਦੀਆਂ ਕੀ ਨੇ? ਆਹ ਮੰਤਰੀ ਜਿਹੜੇ ਬੈਠੇ ਨੇ, ਸਿਹਤ ਮੰਤਰੀ ਬੈਠੇ ਨੇ, ਇਹਨਾਂ ਦਾ ਕੰਮ ਕੀ ਹੈ? ਇਹ ਕਿਉਂ ਨਹੀਂ ਅੱਜ ਤੱਕ ਪੂਰਾ ਕਰ ਸਕੇ? ਸਟਾਫ ਹੀ ਨਹੀਂ ਪੂਰਾ ਕਰ ਸਕੇ। ਹੋਣਾ ਤਾਂ ਇਹ ਚਾਹੀਦਾ ਸੀ, ਮੈਂ ਅੱਜ ਡਾਕਟਰ ਇੱਕ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਸੀ ਚਾਹੀਦਾ ਤਾਂ ਇਹ ਸੀ ਕਿ ਸੈਂਟਰਲਾਈਜ਼ ਹੋਣਾ ਚਾਹੀਦਾ ਸੀ ਆਕਸੀਜਨ। ਇੱਕ ਟੈਂਕਰ ਖੜਿਆ ਹੋਣਾ ਚਾਹੀਦਾ ਸੀ, ਇੱਕ ਨਾਲ ਸਪਲਾਈ ਸਿੱਧੀ ਸੈਂਟਰਲਾਈਜ਼ ਕਰਕੇ ਦਿੱਤੀ ਜਾਣੀ ਚਾਹੀਦੀ ਸੀ। ਸਿਲੰਡਰ ਇੰਨੇ ਭਾਰੀ ਨੇ, ਕਹਿੰਦੇ ਗਰੀਬ ਹੁੰਦੇ ਨੇ ਬੰਦੇ, ਸਿਲੰਡਰ ਨਹੀਂ ਚੱਕੇ ਜਾਂਦੇ। ਉਹ ਸਟਾਫ ਹੈ ਜਿਹੜਾ ਉਹ ਵੀ ਇੰਨਾ ਸਿਹਤਮੰਦ ਨਹੀਂ ਹੈਗਾ ਕਿ ਸਿਲੰਡਰ ਢੋਂਦਾ ਫਿਰੀ ਜਾਵੇ ਮੋਢਿਆਂ ਤੇ ਚੱਕ ਕੇ। ਇਹ ਅੱਜ ਤੱਕ ਦੇਸ਼ ਆਜ਼ਾਦ ਹੋਏ ਤੋਂ ਬਾਅਦ ਅੱਜ ਤੱਕ ਆਕਸੀਜਨ ਨਹੀਂ ਸੈਂਟਰਲਾਈਜ਼ ਕਰ ਸਕੇ ਜ਼ਿਲ੍ਹੇ ਲੈਵਲ ਤੇ। ਤੇ ਇਹ ਕਹਿੰਦੇ ਨੇ ਸਰਕਾਰਾਂ, ਅਸੀਂ ਬਥੇਰਾ ਕੁਛ ਕਰਤਾ, ਅਸੀਂ ਵਿਕਾਸ ਕਰਤਾ। ਕਾਹਦਾ ਵਿਕਾਸ ਕਰਤਾ? ਕੋਈ ਵਿਰੋਧੀ ਧਿਰ ਨਹੀਂ ਚਮਕਦੀ ਇਹਨਾਂ ਨੂੰ ਪੁੱਛਣ ਵਾਲੀ ਕਿ ਆਹ ਚੀਜ਼ਾਂ ਜ਼ਰੂਰੀ ਨੇ। ਬੰਦੇ ਜਿਹੜੇ ਵੋਟ ਪਾਉਂਦੇ ਨੇ, ਲੋਕ ਪਾਉਂਦੇ ਨੇ, ਵੋਟ ਪਾ ਕੇ ਇਹਨਾਂ ਨੂੰ ਬਿਠਾਉਂਦੇ ਨੇ, ਉਹਨਾਂ ਦੀ ਜਾਨ ਤੇ ਬਣੀ ਆ, ਉਹ ਨਹੀਂ ਅੱਜ ਤੱਕ ਚੀਜ਼ ਪੂਰੀ ਕਰ ਸਕੇ। ਤੇ ਆਮ ਲੋਕ ਵੀ ਗਲੀਆਂ ਨਾਲੀਆਂ ਨੂੰ ਵਿਕਾਸ ਸਮਝ ਕੇ ਇਹਨਾਂ ਨੂੰ ਵੋਟਾਂ ਪਾਈ ਜਾਂਦੇ ਨੇ, ਤੇ ਪ੍ਰਚਾਰ ਇਹ ਕਰਦੇ ਨੇ ਕਿ ਵੱਡੇ ਵੱਡੇ ਪੋਸਟਰ ਲਾ ਕੇ ਲੱਖਾਂ ਕਰੋੜਾਂ। ਆ ਹੁਣ ਜਿਹੜਾ ਮੋਦੀ ਨੇ ਆਪਣੀ ਰਿਹਾਇਸ਼ ਦਾ ਪ੍ਰੋਜੈਕਟ ਸ਼ੁਰੂ ਕਰਿਆ ਸੀ 20,000 ਕਰੋੜ ਰੁਪਏ ਦਾ, ਜਿਹੜਾ ਸੈਂਟਰਲ ਵਿਸਟਾ ਪ੍ਰੋਜੈਕਟ ਹੈ, 20,000 ਕਰੋੜ ਰੁਪਇਆ ਖਰਚਣ ਦੀ ਗੱਲ ਕਰ ਰਹੇ ਆ। ਕਹਿੰਦੇ ਉੱਥੇ 20,000 ਕਰੋੜ ਖਰਚਾ ਜਾਣਾ। ਜੇ ਉਹ 20,000 ਕਰੋੜ ਨਾਲ ਕੀ ਸਿਹਤ ਸੇਵਾਵਾਂ ਨਹੀਂ ਮੁਹੱਈਆ ਕਰਵਾਈਆਂ ਜਾ ਸਕਦੀਆਂ ਦੇਸ਼ ਦੇ ਵੱਖ-ਵੱਖ ਸਟੇਟਸ ਦੇ ਵਿੱਚ 100-100, 200-200 ਕਰੋੜ, 400-400 ਕਰੋੜ ਰੁਪਏ ਦੇ ਕੇ? ਤੇ ਉਹ ਕਿੰਨਾ ਕੁਛ ਹੋ ਸਕਦਾ? 3,000 3,500 ਕਰੋੜ ਰੁਪਏ ਜਿਹੜਾ ਮੂਰਤੀ ਤੇ ਖਰਚਾ, ਉਹਦੇ ਨਾਲ ਕਿੰਨਾ ਕੁਛ ਹੋ ਸਕਦਾ ਸੀ। ਪਰ ਇਹਨਾਂ ਨੂੰ ਮਤਲਬ ਨਹੀਂ, ਜੋ ਏਦਾਂ ਦੀ ਮਹਾਮਾਰੀ ਜੇ ਆਉਂਦੀ ਹੈ ਤਾਂ ਇਹਨਾਂ ਨੇ ਅੱਗੇ ਬਸ ਲੋਕਾਂ ਨੂੰ ਕਹਿਤਾ ਤਿਆਰ ਹੋ। ਜਿਹੜਾ ਤੁਸੀਂ ਗੱਲ ਕਰ ਰਹੇ ਸੀ ਕਿ ਤੀਜੀ ਲਹਿਰ ਜਿਹੜੀ ਆਉਣੀ ਆ, ਉਹਦੇ ਬਾਰੇ ਲੋਕਾਂ ਨੂੰ ਹੀ ਕਿਹਾ ਜਾ ਰਿਹਾ ਕਿ ਤਿਆਰ ਰਹੋ ਭਾਈ, ਉਹ ਤਾਂ ਪਹਿਲਾਂ ਹੀ ਤਿਆਰ ਨੇ ਮਰਨ ਦੇ ਲਈ। ਉਹਨਾਂ ਨੂੰ ਤਿਆਰੀ ਲਈ ਨਾ ਕਰੋ, ਤੁਸੀਂ ਆਪਣਾ ਜਵਾਬ ਦਿਓ। ਤੁਸੀਂ ਸਰਕਾਰਾਂ ਚਾਹੇ ਪੰਜਾਬ ਦੀਆਂ ਨੇ, ਕੋਈ ਆਈ ਕੋਈ ਪਾਰਟੀ ਦੀ ਹੈ, ਪਰ ਕਿਸੇ ਪਾਰਟੀ ਦੀ ਵਕਾਲਤ ਨਹੀਂ ਕਰਦਾ, ਕਿਸੇ ਪਾਰਟੀ ਨੂੰ ਅੱਜ ਤੱਕ ਦੱਸੋ ਕਿ ਇਹਨਾਂ ਚੀਜ਼ਾਂ ਦੇ ਲਈ ਕੀਤਾ ਕੀ ਹੈ ਕਿਸੇ ਨੇ? ਦਮਗਜੇ ਨਾ ਮਾਰੋ, ਲੋਕਾਂ ਨੂੰ ਬੇਵਕੂਫ ਨਾ ਬਣਾਓ। ਅੱਜ ਮੌਕਾ, ਅੱਜ ਤੁਹਾਡਾ ਸਵਾਲ ਤੁਹਾਨੂੰ ਲੋਕ ਕਰ ਰਹੇ ਨੇ, ਅੱਜ ਜਵਾਬ ਦੇਣ ਦਾ ਤੁਹਾਡਾ ਫਰਜ਼ ਬਣਦਾ। ਕੀ ਕੀਤਾ ਤੁਸੀਂ? ਸੋ ਇਹਨਾਂ ਚੀਜ਼ਾਂ ਵਿੱਚੋਂ ਨਿਕਲਣ ਦੇ ਲਈ, ਇਹਨਾਂ ਮਹਾਮਾਰੀਆਂ ਦੇ ਵਿੱਚੋਂ ਨਿਕਲਣ ਦੇ ਲਈ ਤੁਸੀਂ ਕੀ ਸਾਧਨ ਅਪਣਾ ਰਹੇ ਹੋ? ਕੀ ਲੋਕਾਂ ਦੇ ਲਈ ਕਰ ਰਹੇ ਹੋ? ਲੋਕ ਪੱਖੀ ਹੋਣਾ ਪਏਗਾ ਦਿਲੋਂ ਸਰਕਾਰਾਂ ਨੂੰ, ਤਾਂ ਸਾਡਾ ਭਲਾ ਹੋ ਸਕਦਾ, ਤਾਂ ਲੋਕਾਂ ਦਾ ਭਲਾ ਹੋ ਸਕਦਾ। ਨਹੀਂ ਤਾਂ ਇਹ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ। ਅੱਜ ਵੋਟਾਂ ਆਉਣਗੀਆਂ ਅੱਗੇ, ਤੇ ਲੋਕਾਂ ਨੇ ਜੇ ਫੇਰ ਉਹੀ ਆਪਣੇ ਦਿਮਾਗ ਬਿਨਾਂ ਵਰਤੇ ਵੋਟਾਂ ਪਾ ਦੀਆਂ, ਤਾਂ ਹਾਲ ਇਹ ਤੋਂ ਵੀ ਬਦਤਰ ਹੋਣੇ ਆ। ਤਿਆਰ ਰਹਿਣ ਫਿਰ। ਬਿਲਕੁਲ ਬਿਲਕੁਲ, ਜਿੱਥੇ ਗੱਲ ਵਿਕਾਸ ਦੀ ਹੁੰਦੀ ਹੈ ਕਹਿੰਦੇ ਅਸੀਂ ਵਿਕਾਸ ਕੀਤਾ, ਪਰ ਲੱਗਦਾ ਨਹੀਂ ਵਿਕਾਸ। ਏਦਾਂ ਲੱਗਦਾ ਕਿ ਗਰੀਬੀ ਦਾ ਵਿਕਾਸ ਹੋਇਆ, ਭੁੱਖਮਰੀ ਦਾ ਵਿਕਾਸ ਹੋਇਆ, ਬਿਮਾਰੀਆਂ ਦਾ ਵਿਕਾਸ ਹੋਇਆ, ਸਿਹਤ ਸਹੂਲਤਾਂ ਦੇ ਮਾੜੇ ਪ੍ਰਬੰਧਾਂ ਦਾ ਵਿਕਾਸ ਹੋਇਆ, ਸਿੱਖਿਆ ਦਾ ਜਿਹੜਾ ਨਾਸ਼ ਹੋਇਆ ਉਹਦਾ ਵਿਕਾਸ ਹੋਇਆ, ਇਹਨਾਂ ਚੀਜ਼ਾਂ ਦਾ ਵਿਕਾਸ ਹੋਇਆ। ਪਰ ਦੇਸ਼ ਦੇ ਵਿੱਚ ਕੋਈ ਵੀ ਇਹੋ ਜਿਹੀ ਚੀਜ਼ ਨਜ਼ਰ ਜਿਹੜੀ ਨਹੀਂ ਆ ਰਹੀ ਜਿਹਨੂੰ ਇਹ ਕਹਿ ਸਕਣ ਕਿ ਅਸੀਂ ਇੱਕ ਵੱਡੀ ਪ੍ਰਾਪਤੀ ਲੋਕਾਂ ਨੂੰ ਬਚਾਉਣ ਦੇ ਲਈ ਜਾਂ ਲੋਕਾਂ ਦੀ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਲਈ ਕੀਤੀ ਹੋਵੇ। ਕਿਉਂਕਿ ਇੱਕ ਪਾਸੇ ਤਾਂ ਉਹਨਾਂ ਅਰਬਪਤੀਆਂ ਦੀ ਜਿਨ੍ਹਾਂ ਦੀ ਆਮਦਨ ਇੱਕ ਘੰਟੇ ਦੇ ਵਿੱਚ ਕਰੋੜਾਂ ਰੁਪਏ ਦੇ ਵਿੱਚ ਵੱਧ ਰਹੀ ਹੈ, ਤੇ ਦੂਜੇ ਪਾਸੇ ਉਹ ਲੋਕ ਜਿਹੜੇ ਬੈਠੇ ਨੇ ਜਿਨ੍ਹਾਂ ਦੀ ਆਮਦਨ ਮਹੀਨਾਵਾਰ ਜਿਹੜੀ ਹੈ ਉਹ 3,000 ਰੁਪਏ ਮੁਸ਼ਕਲ ਦੇ ਨਾਲ ਉਹਦੇ ਨਾਲ ਗੁਜ਼ਾਰਾ ਕਰਦੇ ਨੇ। ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਸਾਡੇ ਮੁਲਕ ਦੇ ਨੇ। ਪਰ ਇਸ ਸਭ ਦੇ ਵਿਚਾਲੇ ਪਰਮਿੰਦਰ ਜੀ, ਇੱਕ ਖਬਰ ਅਸੀਂ ਦੇਖ ਰਹੇ ਹਾਂ ਕਿ ਸਾਰੇ, ਜਿਵੇਂ ਆਪਾਂ ਕੱਲ ਵੀ ਜ਼ਿਕਰ ਕੀਤਾ ਮੈਂ, ਕਿ ਸਾਰੇ ਸੂਬਿਆਂ ਦੇ ਵਿੱਚ, ਸਾਰੇ ਦੇਸ਼ ਦੇ ਵਿੱਚ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਹੋਈ, ਉਹਨੂੰ ਲੈ ਕੇ ਬੀਜੇਪੀ ਵਾਲੇ ਸਾਰੇ ਸੜਕਾਂ ਦੇ ਉਤਰੇ। ਪਰ ਹਰਿਆਣੇ ਦੀ ਖਬਰ ਲੱਗੀ ਹੈ, ਕਹਿੰਦੇ ਕੋਵਿਡ ਜਿਹੜੇ ਰੂਲ ਨੇ, ਨਿਯਮ ਨੇ, ਉਹਨਾਂ ਦੀ ਪਾਲਣਾ ਨਹੀਂ ਕੀਤੀ। ਉਧਰ ਤਾਂ ਆਲਰੇਡੀ ਲੋਕਡਾਊਨ ਲੱਗਿਆ ਹੋਇਆ, ਬਾਵਜੂਦ ਇਸ ਦੇ ਕਹਿੰਦੇ ਅਸੀਂ ਧਰਨਾ ਦੇ ਰਹੇ ਹਾਂ। ਬਿਲਕੁਲ ਰਾਜਨੀਤੀ ਹੈ ਸੁਖਵਿੰਦਰ, ਰਾਜਨੀਤੀ ਕੀਤੀ ਜਾ ਰਹੀ ਹੈ, ਹੋਰ ਕੁਛ ਨਹੀਂ। ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕੋਈ ਕਿ ਤੁਹਾਡੀ ਸੈਂਟਰ ਦੇ ਵਿੱਚ ਸਰਕਾਰ ਹੈ, ਧਰਨਾ ਤੁਹਾਡਾ ਆ ਰਿਹਾ ਕਿ ਉੱਥੇ ਹਿੰਸਾ ਕਿਉਂ ਹੋਊਗੀ? ਲੋਕ ਕੋਰੋਨਾ ਨਾਲ, COVID-19 ਨਾਲ ਲੋਕ ਮਰਦੇ ਰਹੇ, ਲੋਕ ਬਿਲਕ ਰਹੇ ਨੇ, ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਵੈਕਸੀਨ ਲੋਕਾਂ ਨੂੰ ਨਹੀਂ ਮਿਲ ਰਹੀ। ਉਹਦੇ ਲਈ ਮਾੜੇ ਪ੍ਰਬੰਧਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਥਾਂ ਤੇ ਤੁਸੀਂ ਆਪਣੀ ਰਾਜਨੀਤੀ ਚਮਕਾਉਣ ਜਾ ਰਹੇ ਹੋ। ਲਾਹਨਤ ਹੈ ਫਿਰ। ਤੇ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਲੋਕ ਪੱਖੀ ਸਰਕਾਰ ਦੀ ਨੁਮਾਇੰਦਗੀ ਕਰਦੀ ਹੈ ਭਾਜਪਾ? ਫਿਰ ਕਿਹੜਾ ਨਾਂ ਦਓਗੇ ਇਹੋ ਜਿਹੀ ਸਰਕਾਰ ਨੂੰ? ਇੱਕ ਪਾਸੇ ਲੋਕ, ਮਤਲਬ ਮੈਂ ਸ਼ਬਦ ਨਹੀਂ ਮੇਰੇ ਕੋਲ ਸੁਖਵਿੰਦਰ ਜੀ ਕਹਿਣ ਨੂੰ ਕਿ ਕਿੱਦਾਂ ਦੇ ਲੋਕ ਨੇ ਜਿਹੜੇ
ਜਿਹੜੇ ਲੋਕਾਂ ਦੀਆਂ ਲਾਸ਼ਾਂ ਦੇਖ ਕੇ ਵੀ ਨਹੀਂ, ਜਿਨ੍ਹਾਂ ਦੇ ਦਿਲ ਪੰਗਰ ਨੇ, ਜਿਨ੍ਹਾਂ ਨੂੰ ਉਹਨਾਂ ਦੇ ਉੱਤੇ ਵੀ ਰਾਜਨੀਤੀ ਸੁੱਝ ਰਹੀ ਹੈ, ਉਹਨਾਂ ਨੂੰ ਹੱਦ ਹੋ ਗਈ ਇਹ ਤਾਂ। ਇਹਨਾਂ ਲੋਕਾਂ ਨੂੰ ਨਿਯਮ ਇਹਨਾਂ ਲੋਕਾਂ ਵਾਸਤੇ ਹੀ ਨੇ, ਜਿਹੜੇ ਆਮ ਬੰਦੇ ਨੇ ਵਿੱਚ ਉਹਨਾਂ ਵਾਸਤੇ ਹੀ ਨੇ ਨਿਯਮ। ਗੱਲ ਦੀ ਹੈਰਾਨਗੀ ਹੁੰਦੀ ਹੈ ਕਿ ਇਹ ਹਾਈ ਕੋਰਟ ਦੇ ਵਿੱਚੋਂ ਕੋਈ ਫਟਕਾਰ ਪੈਂਦੀ ਹੈ, ਸੁਪਰੀਮ ਕੋਰਟ ਚਲੇ ਜਾਂਦੇ ਨੇ, ਸੁਪਰੀਮ ਕੋਰਟ ਤੋਂ ਫਟਕਾਰ ਪੈਂਦੀ ਹੈ, ਫਿਰ ਆਪੋ ਵਿੱਚ ਸੋਚਣ ਲੱਗ ਜਾਂਦੇ ਨੇ, ਆਪਣੀ ਸਾਖ ਬਚਾਉਣ ਦੀ ਪਈ ਹੈ ਸਰਕਾਰ ਨੂੰ, ਪਰ ਇਹ ਨਹੀਂ ਸੋਚਿਆ ਜਾ ਰਿਹਾ ਕਿ ਲੋਕਾਂ ਦਾ ਕੀ ਹਾਲ ਹੋ ਰਿਹਾ। ਇਹਦੇ ਵਿਚਾਲੇ ਮੈਂ ਪੰਜਾਬ ਦੀ ਖਬਰ ਵੀ ਜੋੜਾਂ, ਤੁਸੀਂ ਡਾਕਟਰਾਂ ਦੀ ਗੱਲ ਕਰਦੇ ਸੀ, ਪੰਜਾਬ ਦੇ ਵਿੱਚੋਂ ਕਹਿੰਦੇ ਬਠਿੰਡਾ ਤੇ ਮੁਕਤਸਰ ਦੇ 4 ਸਰਕਾਰੀ ਡਾਕਟਰਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਇਹਨੂੰ ਕਿੱਦਾਂ ਦੇਖਦੇ ਹੋ? ਹਾਲਾਂਕਿ ਅਸਤੀਫਾ ਕਬੂਲ ਤਾਂ ਨਹੀਂ ਹੋਇਆ, ਪਰ ਉੱਥੋਂ ਦੇ ਜਿਹੜੇ ਸਿਵਲ ਸਰਜਨ ਨੇ ਉਹਨਾਂ ਦਾ ਬਿਆਨ ਅਹਿਮੀਅਤ ਰੱਖਦਾ। ਉਹ ਕਹਿੰਦੇ ਲੋਕ ਜਾ ਕੇ ਆਪਣੀ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ, ਮਤਲਬ ਕਿ ਇਸ ਮਹਾਮਾਰੀ ਦੇ ਦੌਰਾਨ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਨਜ਼ਰੀਆ। ਪਰ ਡਾਕਟਰ ਕਹਿੰਦੇ ਨੇ ਕਿ ਸਾਨੂੰ ਮਾਨਸਿਕ ਤਣਾਅ ਜਿਹੜਾ ਆ ਉਹ ਕਾਫੀ ਝੱਲਣਾ ਪੈ ਰਿਹਾ। ਸੁਖਵਿੰਦਰ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਹਿਲੀ ਗੱਲ ਤਾਂ ਹੈਗੀ ਹੈ ਕਿ ਉਹਨਾਂ ਦੇ ਅਸਤੀਫੇ ਨੂੰ ਅਸੀਂ ਚੰਗਾ ਨਹੀਂ ਕਹਿੰਦੇ। ਇਸ ਤਰ੍ਹਾਂ ਦੀ ਜਦੋਂ ਲੋਕ ਉਹਨਾਂ ਨੂੰ ਰੱਬ ਦਾ ਰੂਪ ਸਮਝਦੇ ਨੇ, ਜਿੱਥੇ ਉਹਨਾਂ ਦੀ ਲੋੜ ਆ, ਸੱਚੀ ਮੁੱਚੀ ਹੁਣ ਲੋੜ ਹੈਗੀ ਆ, ਉਦੋਂ ਮੈਦਾਨ ਛੱਡ ਕੇ ਭੱਜਣਾ, ਏਦਾਂ ਖਾਸ ਕਰ ਜਦੋਂ ਐਮਰਜੈਂਸੀ ਲੱਗੀ ਹੋਵੇ, ਲੋਕਾਂ ਦੀਆਂ ਲਾਸ਼ਾਂ ਵਿਸਰੀਆਂ ਹੋਣ ਤੇ ਮਹਾਮਾਰੀ ਆਪਣਾ ਭਿਆਨਕ ਰੂਪ ਦਿਖਾ ਰਹੀ ਹੋਵੇ, ਉਦੋਂ ਏਦਾਂ ਰਿਜ਼ਾਈਨ ਦੇਣਾ ਉਹ ਕੋਈ ਚੰਗੀ ਗੱਲ ਨਹੀਂ ਹੈਗੀ, ਉਹ ਮਾੜੀ ਹੈ। ਇਹਨਾਂ ਦਾ ਆਪਾਂ ਕਹਿ ਲਓ ਕਿ ਸੰਵਿਧਾਨਕ ਹੱਕ ਵੀ ਨਹੀਂ ਹੈਗਾ ਏਦਾਂ ਦਾ। ਠੀਕ ਹੈ। ਦੂਜੀ ਗੱਲ, ਉਹਨਾਂ ਦੇ ਰੋਸ ਵਜੋਂ ਜੇ ਅਸਤੀਫਾ ਦੇਖਿਆ ਜਾਵੇ, ਇੱਕ ਪੱਖ ਇਹ ਵੀ ਹੈ ਨਾ, ਜੇ ਉਹਨਾਂ ਦਾ ਰੋਸ ਜਾਇਜ਼ ਵੀ ਹੈਗਾ। ਉਹਨਾਂ ਕੋਲ ਕੀ ਦਿੱਤਾ ਉਹਨਾਂ ਨੂੰ ਸਰਕਾਰਾਂ ਨੇ, ਕਿਹੜੀਆਂ ਐਸੀਆਂ ਸਹੂਲਤਾਂ ਦਿੱਤੀਆਂ ਨੇ ਬਾਹਰਲੇ ਲੋਕਾਂ ਦੀ? ਬਾਹਰ ਆਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਹਰਲੇ ਦੇਸ਼ਾਂ ਦਾ ਕਿੰਨਿਆਂ ਦਾ ਦੌਰਾ ਕਰਿਆ ਹੈ। ਸਾਡਾ ਦੇਸ਼ ਚਾਹੁੰਦਾ ਸੀਗਾ ਕਿ ਜ਼ਿੰਮੇਵਾਰੀ ਨਿਭਾਵੇ ਪ੍ਰਧਾਨ ਮੰਤਰੀ, ਪਰ ਸਾਡਾ ਪ੍ਰਧਾਨ ਮੰਤਰੀ ਕੀ ਕਰਦਾ ਸੀ? ਬੰਗਾਲ ਦੇ ਵਿੱਚ ਰੈਲੀਆਂ ਕਰ ਰਿਹਾ ਸੀ, ਬੰਗਲਾਦੇਸ਼ ਵਰਗੀਆਂ ਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਦੱਸ ਰਿਹਾ ਸੀ ਕਿ ਮੈਂ ਕੈਦ ਕੱਟਿਆ ਆ, ਤੇ ਰੈਲੀਆਂ ਦੇ ਵਿੱਚ ਮਸ਼ਰੂਫ, ਚੋਣਾਂ ਕਰਾਉਣ ਦੇ ਵਿੱਚ ਮਸ਼ਰੂਫ, ਜਿੱਤਾਂ ਦੇ ਦਮਕ ਜੀ ਦੀਦੀ ਦੀਦੀ ਕਰਦੇ ਉੱਧਰ ਫਿਰਦੇ ਸੀ। ਉਹ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਸਰਕਾਰਾਂ ਬਣਾਈਆਂ ਨੇ। ਡਾਕਟਰਾਂ ਦੇ ਸਿਰ ਤੇ, ਡਾਕਟਰਾਂ ਦੇ ਕੋਲ ਹੈ ਕੀ ਹੈ? ਡਾਕਟਰਾਂ ਦੇ ਹਾਈ ਕੁਆਲਿਟੀ ਦੇ ਹਸਪੀਟਲ ਚਾਹੀਦੇ ਸੀਗੇ, ਜਿਨ੍ਹਾਂ ਦੇ ਵਿੱਚ ਜਿੱਦਾਂ ਹੁਣ ਬਾਹਰਲੇ ਦੇਸ਼ਾਂ 'ਚ ਘੁੰਮ ਕੇ ਹੀ ਆਏ ਨੇ ਨਰਿੰਦਰ ਮੋਦੀ, ਇਹਨਾਂ ਨੂੰ ਕੀ ਨਹੀਂ ਪਤਾ? ਜਾਂ ਸਰਕਾਰ ਦੇ ਵਿੱਚ ਕਿਹੜਾ ਮੰਤਰੀ ਹੈ, ਇਹਨਾਂ ਨੂੰ ਆਪ ਲੋੜ ਪੈ ਜਾਵੇ, ਇਹ ਬਾਹਰਲੇ ਅਮਰੀਕਾ ਕੈਨੇਡਾ ਵਰਗੇ ਜਾ ਕੇ ਹਸਪਤਾਲਾਂ 'ਚ ਦਾਖਲ ਨਹੀਂ ਹੁੰਦੇ? ਇਹਨਾਂ ਨੂੰ ਨਹੀਂ ਪਤਾ ਪ੍ਰਬੰਧ ਕਿਵੇਂ ਦੇ ਨੇ, ਕਿੱਦਾਂ ਦੀਆਂ ਮਸ਼ੀਨਾਂ ਨੇ ਉੱਥੇ, ਤੇ ਉਹ ਅੱਜ ਸਾਡੇ ਦੇਸ਼ 'ਚ ਹੈਗੀਆਂ ਨੇ। ਕਿਹੜੀ ਸਰਕਾਰ ਨੇ ਮੁਹੱਈਆ ਕਰਾਈਆਂ ਨੇ? ਕਿੰਨੇ ਸਾਲ ਹੋ ਗਏ ਆਜ਼ਾਦ ਹੋਏ ਨੂੰ? ਡਾਕਟਰ ਮਨਮੋਹਨ ਸਿੰਘ ਨੇ ਵੀ ਇੱਕ ਵਾਰ ਕਿਹਾ ਸੀ, ਕਹਿੰਦਾ ਭਾਰਤ ਦੇਸ਼ ਅਮੀਰਾਂ ਦਾ ਹੈ। ਠੀਕ ਹੈ, ਅਮੀਰ ਨੇ ਇੱਥੇ, ਹੈ ਵੀ ਨੇ, ਸੱਚੀ ਗੱਲ ਹੈ। ਅਰਬਾਂ ਖਰਬਾਂ ਰੁਪਇਆ ਲੈ ਕੇ ਦੌੜ ਜਾਂਦੇ ਨੇ ਦੇਸ਼ ਚੋਂ, ਤੇ ਉਹ ਪੈਸਾ ਕਿੱਥੋਂ ਦਾ? ਉਹ ਕਿਹਦਾ ਪੈਸਾ ਹੈ? ਉਹ ਕਿ ਬਾਹਰਲੇ ਕਿਸੇ ਦੇਸ਼ ਨੂੰ ਲੁੱਟ ਕੇ ਲੈ ਕੇ ਆਉਂਦੇ ਨੇ, ਜਿਹੜਾ ਇੱਥੋਂ ਹੋ ਕੇ ਨਿਕਲ ਜਾਂਦੇ ਨੇ, ਤੁਰ ਜਾਂਦੇ ਨੇ, ਇੱਥੋਂ ਦਾ ਪੈਸਾ ਲੈ ਕੇ ਦੌੜਦੇ ਨੇ। ਸਵਿਸ ਬੈਂਕ ਕਾਲਾ, ਜਿਹੜੇ ਦਮਗਜੇ ਮਾਰਦੀ ਸੀ ਮੋਦੀ ਸਰਕਾਰ ਕਿ ਅਸੀਂ ਕਾਲਾ ਧਨ ਲਿਆਵਾਂਗੇ, ਉਹ ਕਾਲਾ ਧਨ ਕਿੱਥੋਂ ਦਾ? ਕੌਣ ਲੈ ਕੇ ਗਿਆ? ਕਿਹੜੇ ਕੋਈ ਬਾਂਹ ਫੜ ਕੇ ਲਿਆਣ? ਕਿਹੜੇ ਪਿੰਡ ਦੇ ਕਿਸੇ ਸਰਪੰਚ ਦਾ, ਕਿਸੇ ਪੰਚ ਦਾ, ਕਿਸੇ ਲੰਬੜਦਾਰ ਦਾ, ਆਮ ਲੋਕ ਦਾ, ਰੇਹੜੀ ਵਾਲੇ ਦਾ, ਕਿਹਦਾ? ਦੱਸੋ। ਕਿਸੇ ਮੁਲਾਜ਼ਮ ਦਾ ਦੱਸਣ? ਇਹ ਕਿਸੇ ਮਜ਼ਦੂਰ ਦਾ? ਇਹ ਇਹਨਾਂ ਲੋਕਾਂ ਦੇ ਨੇ। ਇਹਨਾਂ ਲੋਕਾਂ ਕੋਲ ਕਿੱਥੋਂ ਆਇਆ ਪੈਸਾ ਫਿਰ? ਇਹ ਕਿੱਥੋਂ ਲਿਆ ਰਹੇ ਨੇ ਪੈਸਾ? ਭਾਰਤ ਦੇ ਕੋਲ ਪੈਸਾ ਤਾਂ ਹੀ ਹੈ ਨਾ, ਤਾਂ ਹੀ ਲੈ ਕੇ ਭੱਜ ਰਹੇ ਨੇ ਇਹਦਾ ਪੈਸਾ, ਤਾਂ ਹੀ ਐਡੇ ਐਡੇ ਘਪਲੇ ਹੋ ਰਹੇ ਨੇ। ਤੇ ਬੋਲਦੇ ਕੌਣ ਹੈ ਹੁਣ? ਬੋਲਣ ਲੱਗੇ ਕਿ ਸਰਕਾਰਾਂ ਬਣਾ ਕੇ ਇਹਨਾਂ ਕੋਲ ਇੱਕ ਆਹ ਆ ਜਾਂਦਾ ਬਸ, ਵੀ ਅਸੀਂ ਫਲਾਣੀ ਸਰਕਾਰ ਨੇ ਕੁਛ ਨਹੀਂ ਕੀਤਾ, ਉਹ ਦੂਜੀ ਲੰਘ ਗਈ ਜਿਹੜੀ, ਉਹਨੇ ਕੁਛ ਨਹੀਂ ਕੀਤਾ, ਅਸੀਂ ਤਾਂ ਉਹਦਾ ਪੂਰ ਰਹੇ ਹਾਂ। ਆਹ ਡਾਕਟਰ ਜਿਹੜੇ ਅਸਤੀਫਾ ਦੇ ਰਹੇ ਨੇ, ਮਾਨਸਿਕ ਰੋਗੀ ਹੋ ਰਹੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇੰਨੀਆਂ ਲਾਸ਼ਾਂ ਦੇਖਣੀਆਂ, ਇੰਨੀਆਂ ਲਾਸ਼ਾਂ ਦਾ ਚੱਕ ਕੇ ਸਾਈਡ ਤੇ ਕਰਨਾ, ਹਾਲਤ ਬਹੁਤ ਨੇ। ਜਦੋਂ ਆਪਾਂ ਅੰਦਰ ਵਿਚਰਦੇ ਆ ਨਾ ਸੁਖਵਿੰਦਰ ਜੀ, ਬਹੁਤ ਬੁਰਾ ਹਾਲ ਹੈ, ਬਹੁਤ ਬੁਰਾ ਹਾਲ ਹੈ। ਇਹ ਵੀ ਕੀ ਕਰਨ? 18 ਘੰਟੇ ਡਿਊਟੀਆਂ ਦੇ ਰਹੇ ਨੇ, ਬਿਨਾਂ ਸਮਾਨ ਦੇ, ਆਪ ਹੀ ਸਾਂਭ ਰਹੇ ਨੇ ਪੇਸ਼ੈਂਟ ਨੂੰ। ਜਿਹੜੇ ਘਰ ਦੇ ਨੇ ਪੇਸ਼ੈਂਟ ਲਿਆ ਕੇ ਛੱਡ ਕੇ ਆਪ ਤਾਂ ਪਰੇ ਦਰਖਤ ਥੱਲੇ ਜਾ ਕੇ ਬਹਿ ਜਾਂਦੇ ਨੇ ਵਿਚਾਰੇ, ਉਹ ਵੀ ਕੀ ਕਰਨ? ਉਹਨਾਂ ਨੂੰ ਕਿਹਾ ਜਾਂਦਾ ਦੂਰੀ ਬਣਾ ਕੇ ਰੱਖੋ। ਹੁਣ ਉਹ ਤਾਂ ਸਾਂਭ ਸੰਭਾਲ ਵੀ ਨਹੀਂ ਕਰ ਸਕਦੇ, ਮਰੀਜ਼ ਦੀ ਸਾਂਭ ਸੰਭਾਲ ਵੀ, ਚਾਹੇ ਉਹ ਕੋਈ ਵੋਮਿਟ ਕਰਦਾ। ਕਹਿੰਦੇ ਨੇ ਨਾ ਕਿ ਇਹ ਇੱਕ ਤਰ੍ਹਾਂ ਦੀ ਜੰਗ ਹੈ। ਜੇ ਜੰਗ ਦੇ ਵਿੱਚੋਂ ਸਿਪਾਹੀ ਜਿਹੜੇ ਨੇ, ਅਫਸਰ ਜਿਹੜੇ ਨੇ, ਉਹ ਇਸ ਤਰ੍ਹਾਂ ਪਿੱਛੇ ਹੋ ਜਾਣਗੇ, ਉਹਨਾਂ ਨੂੰ ਜਦ ਕਿ ਉਹਨਾਂ ਦੀ ਮੌਤ ਨੂੰ ਸ਼ਹਾਦਤ ਗਿਣਿਆ ਜਾਂਦਾ ਹੈ, ਤਾਂ ਫਿਰ ਇਸ ਤਰ੍ਹਾਂ ਲੋਕਾਂ ਦਾ ਬਚਾਅ ਕੌਣ ਕਰੇਗਾ? ਜੇ ਘਰਾਂ ਦੇ ਵਿੱਚ ਜਾ ਕੇ ਬਹਿ ਜਾਣਗੇ, ਘਰ ਜਾ ਕੇ ਵੀ ਤਾਂ ਹਸਪੀਟਲ ਖੋਲ ਰਹੇ ਨੇ, ਆਪਣੇ ਕਲੀਨਿਕ ਖੋਲਦੇ ਨੇ, ਉੱਥੇ ਜਾ ਕੇ ਵੀ ਤਾਂ ਪ੍ਰਾਈਵੇਟ ਪ੍ਰੈਕਟਿਸ ਹੁੰਦੀ ਹੈ।
ਉੱਥੇ ਵੀ ਮਰੀਜ਼ਾਂ ਨੂੰ ਦੇਖਦੇ ਨੇ। ਫਿਰ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਜੇ ਇਹ ਅੱਗੇ ਫਰੰਟ ਲਾਈਨਰ ਹੀ ਅੱਗੋਂ ਸਾਈਡ ਤੇ ਹੋ ਜਾਣਗੇ? ਹਾਂ, ਮੈਂ ਸੁਖਵਿੰਦਰ ਦੋਨੋਂ ਮੈਂ ਆਹੀ ਗੱਲ ਕਰਦਾ ਕਿ ਦੋ ਪੱਖ ਨੇ ਇਸ ਪੇਸ਼ੇ 'ਚ ਵੀ। ਇੱਕ ਲਾਲਚੀ ਜੁੜੇ ਨੇ ਬੰਦੇ, ਉਹ ਤਾਂ ਹੁਣ ਅੱਜ ਵੀ ਕੰਮ ਕਰ ਹੀ ਰਹੇ ਨੇ। ਜਿਹੜੇ ਛੱਡ ਕੇ ਜਾ ਰਹੇ ਨੇ, ਜੇ ਉਹ ਲਾਲਚ ਵੱਸ ਜਾ ਰਹੇ ਨੇ, ਜੇ ਪ੍ਰੈਕਟਿਸ ਕਰਦੇ ਨੇ ਤਾਂ ਉਹਨਾਂ ਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ। ਆਪਾਂ ਇਹ ਕਦੋਂ ਕਹਿੰਦੇ ਇਸ ਕਾਨੂੰਨ ਮੁਤਾਬਕ ਉਹਨਾਂ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ। ਪਰ ਜਿਹੜੇ ਆਲਰੇਡੀ ਲੱਗੇ ਹੋਏ ਨੇ, ਜਿਹੜੇ 5-5 ਲੱਖ ਰੁਪਏ 'ਚ ਐਂਟਰੀਆਂ ਕਰਾ ਰਹੇ ਨੇ, ਜਿਨ੍ਹਾਂ ਨੇ ਬੈੱਡ 1000 ਰੁਪਏ 'ਚ ਦਿਹਾੜੀ ਦੇ ਕੇ ਬੰਦਾ ਬਿਠਾ ਰੱਖਿਆ ਕਿ 5 ਲੱਖ ਵਾਲਾ ਆਊਗਾ, ਜਿਹੜੇ ਵੈਕਸੀਨ ਨਜਾਇਜ਼ ਵੇਚ ਰਹੇ ਨੇ ਵੱਧ ਪੈਸਿਆਂ ਨਾਲ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੁਣ ਜਾ ਖੁੱਲੀ ਹੈ, ਕਹਿੰਦੇ ਜਿਹੜੇ ਵੱਧ ਵਸੂਲ ਰਹੇ ਨੇ ਉਹਨਾਂ ਤੇ ਕਾਰਵਾਈ ਹੋਊਗੀ, ਜਾਂਚ ਹੋਊਗੀ। ਕਿ ਜਾਂਚ ਤੁਹਾਨੂੰ ਪਤਾ ਨਹੀਂ ਹੈਗਾ ਕੌਣ ਏਡੇ ਏਡੇ ਹਸਪਤਾਲ ਕਿਵੇਂ ਬਣ ਗਏ ਉਹਨਾਂ ਦੇ? ਜਿਹੜੇ ਜਿਹੜੇ ਲਾਸ਼ ਦੇਣ ਲੱਗੇ ਵੀ ਪਹਿਲਾਂ ਬਿੱਲ ਪੇ ਕਰੋ ਜੀ, 2.5 ਲੱਖ ਦਾ ਲਾਸ਼ ਫੇਰ ਦੇਵਾਂਗੇ, ਮੌਤ ਹੋ ਚੁੱਕੀ ਹੈ ਪਹਿਲਾਂ ਬਿੱਲ ਪੇ ਕਰੋ ਜੀ। ਜਿਹੜੇ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ 5 ਰੁਪਏ ਦਾ, 10 ਰੁਪਏ ਦਾ, 20 ਰੁਪਏ ਦਾ, 100 ਰੁਪਏ ਦਾ ਹੁੰਦਾ, ਉੱਥੇ ਲੱਖ ਰੁਪਇਆ ਦੇਣਾ ਪੈਂਦਾ। ਇਹ ਕਿਹਨੂੰ ਨਹੀਂ ਦਿਖਦਾ? ਇਹ ਤਾਂ ਬੇਵਕੂਫ ਬਣਾਉਂਦੇ ਨੇ ਲੋਕਾਂ ਨੂੰ ਕਿ ਅਸੀਂ ਐਂ ਕਰ ਰਹੇ ਹਾਂ। ਸਭ ਪਤਾ ਇਹਨਾਂ ਨੂੰ। ਇਹ ਉਹਨਾਂ ਦੀ ਸੜਕਾਂ ਦੇ ਉੱਤੋਂ ਲੰਘਦੇ ਨੇ, ਉਹਨਾਂ ਨੂੰ ਬਿਲਡਿੰਗਾਂ ਨੂੰ ਦੇਖਦੇ ਨੇ, ਉਹਨਾਂ ਦੇ ਉੱਤੇ ਹੀ ਨਜਾਇਜ਼ ਕਬਜ਼ਿਆਂ ਨੂੰ ਦੇਖਦੇ ਨੇ ਕਿ ਹਸਪਤਾਲਾਂ ਨੇ ਕਿੰਨੇ ਕਬਜ਼ੇ ਕਰ ਰੱਖੇ ਨੇ। ਕੀ ਮੁੱਖ ਮੰਤਰੀ ਦੇ ਸ਼ਹਿਰ 'ਚ ਮੁੱਖ ਮੰਤਰੀ ਨੂੰ ਪਤਾ ਨਹੀਂ ਕੀ ਹੋ ਰਿਹਾ? ਫਿਰ ਕਾਹਦਾ ਮੁੱਖ ਮੰਤਰੀ ਹੈ? ਫਿਰ ਮੰਤਰੀ ਕਾਹਦੇ ਨੇ? ਸਿਹਤ ਮੰਤਰੀ ਕਾਹਦੇ ਨੇ? ਅੱਛਾ, ਇੱਕ ਗੱਲ ਹੋਰ ਦੇਖੋ, ਜਦੋਂ ਇਹ ਮੰਤਰੀ ਬਣ ਜਾਂਦੇ ਨੇ ਉਦੋਂ ਇਹਨਾਂ ਨੂੰ ਸਿਕਿਉਰਿਟੀ ਦਿਖ ਜਾਂਦੀ ਹੈ, ਉਦੋਂ ਸੜਕਾਂ ਖਾਲੀ ਕਰਾ ਕੇ ਲੰਘਦੇ ਨੇ। ਜਦੋਂ ਇਹ ਨਹੀਂ ਸੱਤਾ ਦੇ ਵਿੱਚ ਹੁੰਦੇ, ਉਦੋਂ ਵੀ ਤਾਂ ਇਹੀ ਬੰਦੇ ਹੁੰਦੇ ਨੇ, ਸੱਤਾ ਮਾਣ ਕੇ ਆਏ ਹੁੰਦੇ ਨੇ, ਉਦੋਂ ਤਾਂ ਇਹਨਾਂ ਨੂੰ ਕੋਈ ਖਤਰਾ ਨਹੀਂ ਹੁੰਦਾ। ਅੱਜ ਇਹਨਾਂ ਨੂੰ ਖਤਰੇ ਪੈਦਾ ਹੋ ਜਾਂਦੇ ਨੇ, ਬਾਹਰ ਨਿਕਲ ਤਾਂ ਸੜਕ ਤੇ ਖੜ ਕੇ ਦੇਖ ਵੀ ਨਹੀਂ ਸਕਦੇ ਇਹ। ਇਹ ਐਡੀ ਕਿਹੜੀ ਇਹਨਾਂ ਨੇ ਐਡਾ ਕਿਹੜਾ ਗੁਨਾਹ ਕਰਦਾ ਹੁੰਦਾ ਵੀ ਲੋਕ ਇਹਨਾਂ ਦੇ ਮਗਰ ਪੈ ਜਾਣਗੇ? ਇਹ ਸਭ ਟਕਵੰਜ ਨੇ। ਇਹ ਸਰਬ VIP ਸਹੂਲਤਾਂ ਲੈਣ ਵਾਸਤੇ ਇਹ ਮੰਤਰੀ ਸੰਤਰੀ ਬਣਦੇ ਨੇ ਸੁਖਵਿੰਦਰ ਜੀ। ਇਹ ਆਮ ਲੋਕਾਂ ਦਾ ਕੋਈ ਰਾਖਾ ਨਹੀਂ ਹੈਗਾ। ਇੱਕ ਜੇ ਕਿਤੇ ਐਂ ਕਹਿ ਲਓ ਕਿ ਭਾਰਤ ਦੇਸ਼ ਹੈ ਜਿਹੜਾ ਮੰਨਦਾ ਹੈ, ਪ੍ਰਮਾਤਮਾ ਨੂੰ ਮੰਨਦਾ ਹੈ ਜਾਂ ਕਿਸੇ ਤਰ੍ਹਾਂ ਭਗਵਾਨ ਨੂੰ ਮੰਨਦਾ, ਤਾਂ ਉਹੀ ਕਿਤੇ ਨਾ ਕਿਤੇ ਬੌੜ ਹੀ ਕਰ ਦੇਵੇ ਤਾਂ ਇਹਨਾਂ ਦੀ ਜਾਨ ਬਚਦੀ ਹੈ। ਬਾਕੀ ਜੇ ਇਹਨਾਂ ਦੇ ਹੱਥਾਂ ਦੇ ਵਿੱਚ ਫੇਰ ਤੁਸੀਂ ਕਮਾਂਡ ਦੇ ਦੇਣੀ ਹੈ ਲੋਕਾਂ ਨੇ, ਤਾਂ ਫਿਰ ਇਹੀ ਹਾਲ ਹੋਣੇ ਨੇ। ਸੋ ਆਸ ਕੋਈ ਨਹੀਂ ਹੈਗੀ ਇਹਨਾਂ ਤੋਂ ਕਿਸੇ ਦੀ। ਬਿਲਕੁਲ ਬਿਲਕੁਲ, ਜਿਸ ਤਰੀਕੇ ਦੇ ਨਾਲ ਕਰੋਨਾ ਦੇ ਵਿੱਚ ਹਾਲਾਤ ਆਪਾਂ ਦੇਖ ਰਹੇ ਹਾਂ, ਤੁਸੀਂ ਹਸਪਤਾਲਾਂ ਦੀ ਗੱਲ ਕੀਤੀ। ਲੋਕ ਕਹਿੰਦੇ ਨੇ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਭਾਵੇਂ ਫੀਸ ਥੋੜੀ ਜਿਹੀ ਵਧਾ ਲਈ ਜਾਵੇ, 5 ਦੇ 10 ਕਰ ਲਓ, 10 ਦੇ 20 ਕਰ ਲਓ, ਪਰ ਉਹਨਾਂ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਤੋਂ ਤਾਂ ਬਚਾਂਗੇ ਨਾ, ਜਿੱਥੇ 100 200 500 1000 ਜਾਂ ਲੱਖਾਂ ਦੇ ਕੇ ਜਿਹੜਾ ਉਹ ਇੱਕ ਵਾਰ ਐਂਟਰੀ ਮਿਲਦੀ ਹੈ ਅੰਦਰ, ਉਸ ਤੋਂ ਬਾਅਦ ਫਿਰ ਮਰੀਜ਼ ਦਾ ਕੀ ਹਾਲ ਹੁੰਦਾ ਜਾਂ ਉਹਦੀ ਵਿੱਤੀ ਹਾਲਤ ਦਾ ਕੀ ਹਾਲ ਹੁੰਦਾ, ਉਹਦੇ ਵੱਲ ਦੇਖਿਆ ਨਹੀਂ ਜਾਂਦਾ। ਸਰਕਾਰਾਂ ਨੂੰ ਸ਼ਾਇਦ ਇਹੀ ਵਿਕਾਸ ਲੱਗਦਾ ਕਿ ਅਸੀਂ ਸਾਰਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਅਸੀਂ ਸੁਰਖਰੂ ਹੋ ਜਾਈਏ, ਸਾਨੂੰ ਕੁਝ ਕਰਨਾ ਨਾ ਪਏ। ਇਸ ਸਭ ਦੇ ਵਿਚਾਲੇ ਜੀ ਅਸੀਂ ਹੁਣ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਦਿਨ ਬ ਦਿਨ ਵਿਗੜਦੇ ਜਾ ਰਹੇ ਨੇ ਕਰੋਨਾ ਵਾਇਰਸ ਨੂੰ ਲੈ ਕੇ। ਜਿਸ ਤਰੀਕੇ ਦੇ ਪੰਜਾਬ ਸਰਕਾਰ ਨੇ ਐਲਾਨ ਕੀਤੇ ਕਿ ਅਸੀਂ ਜਿਹੜਾ ਉਹ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਉਹਦੇ ਵਿੱਚ ਗੈਰ ਜ਼ਰੂਰੀ ਜਾਂ ਜ਼ਰੂਰੀ ਸਰਵਿਸਿਜ਼ ਦੀ ਗੱਲ ਹੁੰਦੀ ਹੈ ਤਾਂ ਸ਼ਰਾਬ ਨੂੰ ਉਹਦੇ ਵਿੱਚ ਪਾ ਲਿਆ ਜਾਂਦਾ। ਇੱਕ ਪਾਸੇ ਤਾਂ ਜਿਹੜੇ ਕੇ ਤਲਵਾਰ ਡਾਕਟਰ ਨੇ, ਜਿਹੜੇ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਇੱਥੇ ਮਾਫ ਕਰਨਾ, ਜਿਹੜੇ ਸਰਕਾਰ ਵੱਲੋਂ ਜਿਨ੍ਹਾਂ ਨੂੰ ਅੱਗੇ ਲਾ ਕੇ ਸਾਰਾ ਕੁਝ ਕੋਵਿਡ ਦੇ ਸੁਰੱਖਿਆ ਨੂੰ ਲੈ ਕੇ ਦੇਖਿਆ ਜਾ ਰਿਹਾ, ਧਿਆਨ ਦਿੱਤਾ ਜਾ ਰਿਹਾ, ਉਹ ਕਹਿ ਰਹੇ ਨੇ ਕਿ ਸ਼ਰਾਬੀ ਬੰਦਾ ਘੱਟੋ ਘੱਟ 2 ਦਿਨ ਬਾਅਦ ਜਿਹੜੀ ਵੈਕਸੀਨ ਲਗਵਾਉਣ ਆਵੇ ਤੇ ਉਸ ਨੂੰ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ। ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਜ਼ਰੂਰੀ ਵਸਤਾਂ ਦੇ ਵਿੱਚ ਹੈ, ਇਸ ਕਰਕੇ ਸ਼ਰਾਬ ਦੇ ਠੇਕੇ ਖੁੱਲੇ ਰਹਿਣਗੇ। ਵਪਾਰੀ ਕਾਰੋਬਾਰੀ ਸੜਕਾਂ ਦੇ ਉੱਤੇ ਨੇ, ਉਹ ਕਹਿੰਦੇ ਅਸੀਂ ਸਰਕਾਰ ਦੇ ਖਿਲਾਫ ਮੋਰਚਾ ਖੋਲ ਕੇ ਬੈਠੇ ਆ, ਸਰਕਾਰ ਸਾਡੀ ਸੁਣਦੀ ਨਹੀਂ। ਇਸ ਕਰਕੇ ਜ਼ਰੂਰੀ ਵਸਤਾਂ ਦੇ ਵਿੱਚ ਸ਼ਰਾਬ ਨੂੰ ਪਾਉਣਾ, ਇਹਨੂੰ ਕਿੱਦਾਂ ਦੇ? ਵਸਤਾਂ ਦੇ ਵਿੱਚ ਨਹੀਂ ਸੁਖਵਿੰਦਰ ਜੀ, ਇਹ ਤੋਂ ਸਰਕਾਰ ਨੂੰ ਆਮਦਨ ਹੈ, ਚੌਖੀ ਆਮਦਨ ਹੈ ਇੱਥੇ। ਇਹ ਬਸ ਇਹ ਸੋਚਣ ਵਾਲੀ ਗੱਲ ਤਾਂ ਇਹ ਹੈ, ਇੰਨੀ ਕੁ ਗੱਲ ਹੈ ਕਿ ਇਹਨਾਂ ਦਾ ਖਜ਼ਾਨਾ ਜੇ ਭਰਦਾ ਤਾਂ ਇੱਥੋਂ ਭਰਦਾ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਜਦੋਂ ਲੋਕ ਸ਼ਰਾਬ ਹੁਣ ਇੱਕ ਲਿਮਟ ਦੇ ਵਿੱਚ ਪੀਣ ਵਾਲਾ ਬੰਦਾ, ਇੱਕ ਹੁੰਦਾ ਕਿ ਆਪਾਂ ਜਿਵੇਂ ਕਹਿ ਦਿੰਦੇ ਪੰਜਾਬੀ ਚ ਆਮ ਬੋਲ ਚਾਲ ਚ ਆਪਾਂ ਉਹ ਬੋਲ ਦਈਏ ਕਿ ਡੱਫ ਕੇ ਪੈ ਗਿਆ, ਸੌਂ ਗਿਆ। ਉਹਨੂੰ ਬੰਦੇ ਨੂੰ ਕਿਹਦੀ ਫਿਕਰ ਹੈ? ਉਹਨੇ ਕਿਹਦੀ ਫਿਕਰ ਕਰਨੀ ਹੈ? ਉਹਨੂੰ ਸਰਕਾਰ ਦੀਆਂ ਕੀ ਨਲਾਇਕੀਆਂ ਦਿਖਣਗੀਆਂ, ਕੀ ਕਮਜ਼ੋਰੀਆਂ ਦਿਖਣਗੀਆਂ, ਕੀ ਉਹ ਵਧੀਆ ਨੀਤੀਆਂ ਨੂੰ ਜੰਮਦੇਗਾ? ਉਹ ਇਹ ਤਾਂ ਲੋਕ ਚਾਹੁੰਦੇ ਨੇ ਕਿ ਲੋਕ ਸ਼ਰਾਬ ਪੀ ਕੇ ਮਸਤ ਹੋ ਕੇ ਪਏ ਰਹਿਣ, ਸਾਨੂੰ ਪੁੱਛਣ ਨਾ ਕੁਛ। ਤੇ ਉਹ ਇੱਕ ਪਾਸੇ ਕਾਰੋਬਾਰੀ ਆਮ ਦੁਕਾਨਦਾਰ ਬੰਦਾ, ਦਿਹਾੜੀਦਾਰ ਬੰਦਾ, ਜਿਹਨੇ ਸਵੇਰੇ ਆ ਕੇ ਲੇਬਰ ਚੌਂਕ ਤੇ ਖੜਨਾ ਹੈ, ਕੋਈ ਦਿਹਾੜੀ ਵਾਲਾ ਲੈ ਗਿਆ ਉਹਨੂੰ ਵੀ ਹਾਂ ਮੈਨੂੰ ਦਿਹਾੜੀਦਾਰ ਦੀ ਲੋੜ ਹੈ, ਲੈ ਗਿਆ ਉਹਨੂੰ, ਤਾਂ ਉਹਨੂੰ 4 ਪੈਸੇ ਬਣਨੇ ਆ ਤੇ ਸ਼ਾਮ ਨੂੰ ਰੋਟੀ ਪੱਕਣੀ ਆ। ਉਹਨਾਂ ਬਾਰੇ ਥੋੜ੍ਹੀ ਸੋਚਿਆ ਜਾਂਦਾ। ਇਹ ਕਹਿ ਦਿੰਦੇ ਨੇ ਮੂੰਹ ਚੱਕ ਕੇ ਲੋਕਡਾਊਨ ਕਰ ਦਿਓ ਜੀ, ਲੋਕਡਾਊਨ ਕਰ ਦਿਓ। ਲੋਕਡਾਊਨ ਨਾਲ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਣਾ, ਜਿਨ੍ਹਾਂ ਦੇ ਘਰਾਂ ਦੇ
ਰੋਟੀ ਚੁੱਲ੍ਹਾ ਬਣਨਾ ਜਿਹਨਾਂ ਦਾ ਬੰਦ ਹੋ ਜਾਣਾ ਹੈ, ਚੁੱਲ੍ਹਾ ਨਹੀਂ ਬਾਲਿਆ ਜਾਣਾ, ਜਿਨ੍ਹਾਂ ਦੇ ਘਰਾਂ ਦੇ ਵਿੱਚ ਬਣਨਾ ਨਹੀਂ, ਉਹਨਾਂ ਬਾਰੇ ਕੀ ਸੋਚ ਰਹੇ ਹੋ? ਲੋਕਡਾਊਨ ਤਾਂ ਲਾ ਦਿਓ, ਠੀਕ ਹੈ ਭਾਈ, ਤੁਹਾਨੂੰ ਕੌਣ ਰੋਕਦਾ? ਮਹਾਮਾਰੀ ਤੋਂ ਤਾਂ ਬਚਣਾ ਹੀ ਹੈ, ਜਾਨ ਬਚਾਉਣੀ ਹੈ ਲੋਕਾਂ ਦੀ, ਠੀਕ ਹੈ। ਪ੍ਰਬੰਧ ਦੱਸੋ ਕੀ ਕਰ ਰਹੇ ਹੋ? ਕੀ ਰੁਜ਼ਗਾਰ ਦਾ ਪ੍ਰਬੰਧ ਹੈ? ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀ ਹੈ? ਉਹਨਾਂ ਨੂੰ ਹੋਰ ਵੀ ਤਾਂ ਲੋੜਾਂ ਨੇ, ਇਕੱਲਾ ਆਟਾ ਜਾਂ ਦਾਲ ਦੇ ਕੇ ਤਾਂ ਨਹੀਂ ਸਰਨਾ। ਘਰਾਂ 'ਚ ਹੋਰ ਵੀ ਪ੍ਰੋਬਲਮ ਹੁੰਦੀਆਂ ਨੇ, ਕਿਸੇ ਨੂੰ ਦਵਾਈ ਬੂਟੀ ਕਰਨੀ ਹੈ, ਕਿਸੇ ਨੂੰ ਕੁਝ ਹੋਰ ਚੀਜ਼ ਦੀ ਲੋੜ ਹੈ। ਆ ਬੱਚਿਆਂ ਦੀ ਪੜ੍ਹਾਈ ਹੈ, ਤੁਸੀਂ ਆਨਲਾਈਨ ਕਰਤੀ, ਨੈਟ ਦਾ ਖਰਚਾ ਕੌਣ ਦਊਗਾ? ਪਿੰਡਾਂ ਦੇ ਵਿੱਚ ਕਿੰਨੇ ਗਰੀਬ ਨੇ ਜਿਨ੍ਹਾਂ ਦੇ ਘਰੇ ਜਿਹੜੇ ਸਵੇਰੇ ਮੈਂ ਦੇਖੇ ਨੇ ਖੁਦ, ਸੁਖਵਿੰਦਰ ਜੀ, ਸਵੇਰੇ 5 10 ਰੁਪਏ ਦੀ ਚਾਹ ਪੱਤੀ ਲੈ ਕੇ ਜਾਂਦੇ ਨੇ ਵਿਚਾਰੇ, ਤਾਂ ਉਹਨਾਂ ਦੇ ਘਰੇ ਚਾਹ ਬਣਦੀ ਹੈ ਬੱਚਿਆਂ ਨੂੰ। ਤੇ ਉਹਨਾਂ ਦੁੱਧ ਵੀ ਪੀਣਾ, ਕਿਸੇ ਨੇ ਚਾਹ ਵਿੱਚ ਵੀ ਪਾਣਾ ਮਾੜਾ ਮੋਟਾ, ਜੇ ਬੱਚਿਆਂ ਨੂੰ ਵੀ ਦੇਣਾ, ਕਿਸੇ ਨੂੰ ਨੈਟ ਵੀ ਚਲਾਉਣਾ, ਮੋਬਾਈਲ ਵੀ ਤੁਸੀਂ ਕਹਿੰਦੇ ਲਓ ਜੀ ਆਪਣੇ, ਆਨਲਾਈਨ ਕਲਾਸਾਂ, ਹਜ਼ਾਰਾਂ ਲੱਖਾਂ ਰੁਪਇਆ ਫੀਸ ਪ੍ਰਾਈਵੇਟ ਸਕੂਲ ਵਸੂਲਦੇ ਨੇ। ਜਿਹੜਾ ਮੱਧ ਵਰਗੀ ਪਰਿਵਾਰ ਹੈ, ਜਿਹਦੇ ਕੋਲ ਆਮਦਨ ਦੇ ਸੋਰਸਿਸ ਬਹੁਤ ਥੋੜੇ ਨੇ, ਉਹ ਕਿੱਥੋਂ ਲਿਆਊਗਾ? ਇਹਨਾਂ ਲੋਕਾਂ ਨੂੰ ਕੀ ਦਿਖਦਾ ਨਹੀਂ ਕੁਝ? ਸਭ ਦਿਖਦਾ ਇਹਨਾਂ ਨੂੰ, ਤਾਂ ਸਿਰਫ ਸਭ ਤੋਂ ਵੱਧ ਰਾਜਨੀਤੀ ਵੋਟਾਂ ਦੀ ਉਹ ਹੁੰਦੀ ਹੈ। ਸ਼ਰਾਬ ਵਾਲਾ ਜਿਹੜਾ ਠੇਕਾ ਖਿਲਾਤਾ, ਸਕੂਲ ਬੰਦ ਕਰਤੇ, ਮੁਲਾਜ਼ਮ ਬੰਦ, ਦਫ਼ਤਰ ਬੰਦ ਕਰਤੇ, ਕਾਰੋਬਾਰ ਸਾਰੇ ਠੱਪ ਕਰਤੇ। ਹੁਣ ਦੁਕਾਨਦਾਰ ਅੱਕ ਕੇ ਸੜਕਾਂ ਤੇ ਨਹੀਂ ਆਉਣਗੇ ਤਾਂ ਕਰਨਗੇ ਕੀ? ਕਰਨਗੇ ਉਹਨਾਂ ਨੂੰ ਜਦੋਂ ਪਤਾ ਹੈ ਕਿ ਸਾਡਾ ਨੁਕਸਾਨ ਹੋ ਰਿਹਾ ਹੈ, ਆਮ ਲੋਕਾਂ ਨੇ ਹੀ ਜਾਣਾ ਦੁਕਾਨਾਂ ਦੇ ਵਿੱਚ ਵੀ, ਉਹਨਾਂ ਦਾ ਇੱਕ ਸਰਕਲ ਬਣ ਜਾਂਦਾ ਹੈ, ਉਹੀ ਲੋਕ ਕਮਾਉਂਦੇ ਨੇ, ਅੱਗੇ ਦਿੰਦੇ ਨੇ। ਇਹਨਾਂ ਨੇ, ਸਰਕਾਰਾਂ ਨੇ ਕਿੱਥੋਂ ਦੇਣਾ ਹੁੰਦਾ? ਅੱਜ ਤੁਸੀਂ ਇੱਕ ਗੱਲ ਦੇਖੋ, ਕਿਹੜੇ ਮੰਤਰੀ ਸੰਤਰੀ ਨੇ, ਆਪਣੇ ਮੰਤਰੀ ਸੰਤਰੀ ਕੌਣ ਐਸਾ ਨਿੱਤਰਿਆ ਜਿਹੜਾ ਕਹਿੰਦਾ ਕਿ ਭਾਈ ਮੇਰੀਆਂ ਤਾਂ ਸਾਰੀਆਂ ਤਨਖਾਹਾਂ ਆ ਲਓ ਫੜੋ, ਜਿੰਨੀਆਂ ਮੈਂ ਲਈਆਂ ਨੇ ਹੁਣ ਤੱਕ ਆ ਫੜੋ। ਕਮਾਈਆਂ ਤੁਸੀਂ ਦੇਖ ਲਓ, ਇਹਨਾਂ ਦੀਆਂ ਜਾਇਦਾਦਾਂ ਦੇਖ ਲਓ, ਜਦੋਂ ਤੋਂ ਐਮਐਲਏ ਐਮਪੀ ਬਣੇ ਨੇ, ਇਹਨਾਂ ਦੀ ਜਾਇਦਾਦਾਂ ਦਾ ਹਿਸਾਬ ਕਿਤਾਬ ਮੰਗ ਲਓ, ਕਿੰਨੇ ਗੁਣਾ ਵੱਧ ਗਏ ਨੇ। ਉਹ ਕਿੱਥੋਂ ਵੱਧ ਗਏ ਨੇ ਕੁਝ ਨਹੀਂ ਪਤਾ, ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਨੂੰ, ਕੋਈ ਇਹਨਾਂ ਤੇ ਆਡਿਟ ਨਹੀਂ, ਕੋਈ ਇਹਨਾਂ ਦਾ ਇਨਕਮ ਟੈਕਸ ਨਹੀਂ, ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ, ਕੋਈ ਸਰਕਾਰ 'ਚ ਬੈਠੇ ਨੇ ਆਮ ਗਰੀਬ ਬੰਦਾ। ਹੁਣ ਤੁਸੀਂ ਦੇਖਿਆ ਜੇ ਕੱਲ ਉਹ ਇੱਕ ਐਸਐਚਓ ਨੇ ਲੱਤ ਮਾਰ ਕੇ ਉਹਦੀ ਸਬਜ਼ੀ ਡੋਲਤੀ, ਕਹਿੰਦੇ ਸਸਪੈਂਡ ਕਰਤਾ। ਤੇ ਸਸਪੈਂਡ ਕਰਤਾ, ਠੀਕ ਹੈ ਭਾਈ, ਸਸਪੈਂਡ ਕਰਤਾ। ਜਦੋਂ ਆਮ ਲੋਕ ਬੰਦਾ ਆਪਣੀ ਆਵਾਜ਼ ਉਠਾਉਂਦਾ, ਤੁਸੀਂ ਜਿਹੜੀ ਲਾਠੀਆਂ ਮਾਰਦੇ ਆ, ਤੁਸੀਂ ਜਾ ਕੇ ਉਹਦੇ ਪਾਣੀ ਦੀਆਂ ਬੁਛਾਰਾਂ ਮਾਰਦੇ ਆ, ਕਹਿੰਦੇ ਸਾਡੇ ਘਰਾਂ ਦੇ ਨੇੜੇ ਵੀ ਨਾ ਆਓ, ਆਪਣੇ ਹੱਕ ਮੰਗਣ ਸਾਡੀਆਂ ਕੋਠੀਆਂ, ਸਾਡੇ ਮਹਿਲਾਂ ਵਾਲੇ ਪਾਸੇ ਵੀ ਨਾ ਆਓ। ਉਹਦਾ ਪਾਣੀ ਦਾ ਬੁਛਾਰਾਂ, ਅਥਰੂ ਗੈਸ ਦੇ ਗੋਲੇ, ਲਾਠੀਆਂ, ਡਾਂਗਾਂ ਬਰਸਾਈਆਂ ਜਾਂਦੇ, ਤੇ ਜਦੋਂ ਵੋਟਾਂ ਹੁੰਦੀਆਂ ਕਹਿੰਦੇ ਸਾਡੇ ਘਰੇ ਇਕੱਠ ਕਰੋ। ਹੈਰਾਨੀ ਦੀ ਗੱਲ ਹੈ। ਤੇ ਸਾਡੇ ਲੋਕ ਫੇਰ ਨਹੀਂ ਸਮਝਦੇ ਸੁਖਵਿੰਦਰ। ਇਹ ਸ਼ਰਾਬਾਂ ਨੂੰ ਤੁਸੀਂ ਜ਼ਰੂਰੀ ਵਸਤਾਂ 'ਚ ਪਾ ਕੇ ਲੋਕਾਂ ਦੇ ਵਿੱਚ ਵਰਤਾ ਰਹੇ ਹੋ, ਐਕਸੀਡੈਂਟ ਵੀ ਹੋ ਰਹੇ ਨੇ, ਲੋਕ ਬਿਮਾਰੀ ਦਾ ਅੰਦਰ ਤਾਂ। ਕਰੋਨਾ ਤੋਂ ਬਚਣ ਦੇ ਲਈ ਡਾਕਟਰ ਤਾਂ ਕਹਿ ਰਹੇ ਨੇ ਇਮਿਊਨ ਪਾਵਰ, ਇਮਿਊਨਿਟੀ ਵਧਣੀ ਚਾਹੀਦੀ ਹੈ, ਸਟਰੋਂਗ ਹੋਣੀ ਚਾਹੀਦੀ ਆ। ਤੇ ਸ਼ਰਾਬ ਪੀਣ ਵਾਲੇ ਬੰਦੇ ਦੀ ਇਮਿਊਨਿਟੀ ਸਟਰੋਂਗ ਹੋਏਗੀ, ਤੇ ਉਹ ਜ਼ਰੂਰੀ ਵਸਤਾਂ 'ਚ ਕਿਵੇਂ ਆ ਜਾਊਗੀ? ਉਹ ਤਾਂ ਹੋਰ ਬਿਮਾਰ ਕਰੂਗੀ, ਉਹ ਤਾਂ ਹੋਰ ਮੌਤਾਂ ਛੇੜੇਗੀ, ਉਹ ਤਾਂ ਹੋਰ ਬਿਮਾਰੀ ਫੈਲਾਊਗੀ। ਸੋ ਕਹਿਣਾ ਸਿਰਫ ਇੰਨਾ ਕੁ ਹੈ ਕਿ ਇਹਨਾਂ ਨੂੰ ਆਮਦਨ ਹੁੰਦੀ ਆ ਉੱਥੋਂ, ਇਹ ਤਾਂ ਸ਼ੁਰੂ ਕਰਿਆ ਹੋਇਆ। ਆਮ ਲੋਕਾਂ ਨੂੰ ਜਿੱਥੋਂ ਆਮਦਨ ਹੁੰਦੀ ਹੈ, ਇਹਨਾਂ ਨੂੰ ਕੁਝ ਨਹੀਂ ਲੈਣਾ ਉੱਥੋਂ। ਆਮ ਲੋਕ ਆਮਦਨ ਕਰੇ ਨਾ ਕਰੇ, ਟੈਕਸ ਭਰੇ, ਬਸ ਇਹਨਾਂ ਦੀ ਜੇਬਾਂ 'ਚ ਜਾਣਾ ਚਾਹੀਦਾ ਜੀ। ਜੀ ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ ਸਮਾਂ ਦੇ ਲਈ। ਧੰਨਵਾਦ ਸੁਖਵਿੰਦਰ ਜੀ, ਤੁਹਾਡਾ ਵੀ ਬਹੁਤ ਬਹੁਤ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਸਰਕਾਰਾਂ ਨੂੰ ਆਪਣਾ ਫਿਕਰ ਹੈ, ਲੋਕ ਆਪਣੀ ਫਿਕਰ ਦੇ ਵਿੱਚ ਬੈਠੇ ਨੇ। ਵੱਡੀ ਗੱਲ ਇਹਦੇ ਵਿੱਚ ਇਹ ਹੈ, ਜੇ ਅਸੀਂ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਕੋਈ ਵੀ ਇਹੋ ਜਿਹਾ ਆਪਾਂ ਕਹਿ ਲਈਏ ਕਿ ਐਮਐਲਏ ਜਾਂ ਵਿਧਾਇਕ ਜਿਹਨੂੰ ਕਹਿੰਦੇ ਨੇ, ਜਾਂ ਕੋਈ ਮੰਤਰੀ, ਕੋਈ ਵੀ ਆ ਕੇ ਲੋਕਾਂ ਦੇ ਵਿੱਚ ਖੜਿਆ ਲੋਕਾਂ ਦਾ ਮਸੀਹਾ ਬਣਦਾ ਨਜ਼ਰ ਨਹੀਂ ਆ ਰਿਹਾ। ਸਭ ਉੱਪਰ ਖੜ ਕੇ ਤਮਾਸ਼ਾ ਦੇਖ ਰਹੇ ਨੇ ਕਿ ਲੋਕਾਂ ਨਾਲ ਕੀ ਬੀਤ ਰਹੀ ਹੈ। ਸਾਰੇ ਕੋਈ ਕੇਂਦਰ ਨੂੰ ਕੋਸ ਰਿਹਾ, ਕੋਈ ਰਾਜ ਸਰਕਾਰਾਂ ਨੂੰ ਕੋਸ ਰਿਹਾ, ਕੋਈ ਅਧਿਕਾਰੀਆਂ ਨੂੰ ਕੋਸ ਰਿਹਾ, ਕੋਈ ਡਾਕਟਰਾਂ ਨੂੰ ਕੋਸ ਰਿਹਾ। ਪਰ ਇੱਥੋਂ ਇਹ ਸਾਬਤ ਹੁੰਦਾ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜੀਆਂ ਨੇ। ਇਸੇ ਲਈ ਆਜ਼ਾਦੀ ਦੇ 70 ਸਾਲ ਤੋਂ ਉੱਪਰ ਹੋ ਚੁੱਕਿਆ ਸਮਾਂ, ਹਾਲੇ ਤੱਕ ਸਾਡੀਆਂ ਸਿਹਤ ਸਹੂਲਤਾਂ ਜਿਹੜੀਆਂ ਉਹ ਮੁਕੰਮਲ ਨਹੀਂ ਹੋ ਸਕੀਆਂ। ਇਸ ਗੱਲ ਦਾ ਸਬੂਤ ਨੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।